Good morning, students. In this lecture, we discuss why does oligopoly exist and classical model of oligopoly. First, we discuss why does oligopoly exist. The main reason for the emergence of oligopoly is innovations. Difficulty due to innovation limits the entry of number of firms in an oligopoly. Innovations ਦੀ difficulty ਦੇ ਕਾਰਨ oligopoly ਦੇ ਵਿੱਚ firms ਦੀ entry ਜਿਹੜੀ ਆ ਬਹੁਤ ਹੀ limited ਜਾਂ difficult ਹੋ ਜਾਂਦੀ ਆ। ਜਦੋਂ ਇੱਕ ਫਰਮ ਇਨੋਵੇਸ਼ਨ ਦੇ ਥਰੂ ਆਪਣੇ ਆਪ ਨੂੰ ਅਸਟੈਬਲਿਸ਼ ਕਰਦੀ ਆ ਅਤੇ ਉਹ ਜਿਹੜੀ ਇੰਡਸਟਰੀ ਦੇ ਵਿੱਚ ਆਪਣੀ ਇੱਕ ਡੋਮੀਨੈਂਸ ਮੇਨਟੇਨ ਕਰ ਲੈਂਦੀ ਆ ਅਤੇ ਉਹ ਜਿਹੜੀ ਇਨੋਵੇਟਿਵ ਫਰਮ ਆ ਉਹ ਆਪਣਾ ਇੱਕ ਨਾਮ ਅਤੇ ਰੈਪੂਟੇਸ਼ਨ ਅਸਟੈਬਲਿਸ਼ ਕਰ ਲੈਂਦੀ ਆ, ਜਿਸ ਕਾਰਨ ਜਿਹੜੀਆਂ ਦੂਸਰੀਆਂ ਫਰਮਸ ਆ ਉਸਦੇ ਨੇਮ ਨੂੰ ਕੰਪੇਅਰੇਬਲ ਕਰਨਾ, ਉਸਦੇ ਨੇਮ ਨੂੰ ਅਤੇ ਉਸਦੇ ਐਕਸਪੈਂਸਿਸ ਉਸਦੇ ਇਕੁਅਲ ਆਉਣਾ ਉਹਨਾਂ ਸਭ ਦੇ ਲਈ ਮੁਸ਼ਕਿਲ ਹੋ ਜਾਂਦਾ, ਡਿਫੀਕਲਟ ਹੋ ਜਾਂਦਾ ਹੈ। ਸੈਕਿੰਡ ਪੁਆਇੰਟ ਇਜ਼ ਇਕੋਨਮੀਜ਼ ਆਫ ਸਕੇਲ। ਇਕੋਨਮੀਜ਼ ਆਫ ਸਕੇਲ ਉਦੋਂ ਹੀ ਮਿਲਦੀਆਂ ਜਦੋਂ ਪ੍ਰੋਡਕਸ਼ਨ ਲੈਵਲ ਬਹੁਤ ਜ਼ਿਆਦਾ ਹੁੰਦਾ ਆ, ਜਦੋਂ ਕੋਸਟ ਵਗੈਰਾ ਘੱਟ ਹੁੰਦੀ ਹੈ ਇੱਕ ਫਰਮ ਦੀ। ਜਦੋਂ ਇੱਕ ਫਰਮਸ ਨੂੰ ਇਕੋਨਮੀਜ਼ ਆਫ ਸਕੇਲ ਅਚੀਵ ਹੋਣ ਲੱਗ ਜਾਂਦੀਆਂ, ਉਹ ਵੀ ਉਸਦਾ ਇੱਕ ਰੀਜ਼ਨ ਆ ਐਮਰਜੈਂਸ ਆਫ oligopoly ਦਾ। ਥਰਡ ਪੁਆਇੰਟ ਇਜ਼ ਕੰਟਰੋਲ ਆਫ ਐਨ ਅਸੈਂਸ਼ੀਅਲ ਰਿਸੋਰਸ। An oligopoly may result because a few firms may control of an essential resource ਕਿ ਜਦੋਂ ਕੁਛ few firms ਦਾ ਕਿਸੇ essential resource ਦੇ ਉੱਪਰ ਕੰਟਰੋਲ ਹੋ ਜਾਂਦਾ ਆ, then new firms ਦਾ ਲਈ ਉਹਨਾਂ ਇੰਡਸਟਰੀ ਦੇ ਵਿੱਚ ਐਂਟਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਬਿਕੋਜ਼ ਜਦੋਂ ਕੁਛ ਫਰਮਸ ਦਾ ਸਿਰਫ ਰॉ ਮਟੀਰੀਅਲ ਅਤੇ ਕੁਛ ਫਰਮਸ ਦਾ ਹੀ ਅਧਿਕਾਰ ਹੁੰਦਾ ਆ ਕਿਸੇ ਚੀਜ਼ ਦਾ ਪ੍ਰੋਡਕਸ਼ਨ ਕਰਨ ਦੇ ਲਈ, ਉਸ ਰॉ ਮਟੀਰੀਅਲ ਦੀ ਜ਼ਰੂਰਤ ਦੂਸਰੀ ਫਰਮਸ ਨੂੰ ਵੀ ਪੈਂਦੀ ਆ, ਬਟ ਉਹ ਰॉ ਮਟੀਰੀਅਲ ਉਹਨਾਂ ਨੂੰ ਅਵੇਲੇਬਲ ਨਹੀਂ ਹੁੰਦਾ, ਜਿਸ ਕਾਰਨ ਉਹਨਾਂ ਦੀ ਐਂਟਰੀ ਉਹਨਾਂ ਲਈ ਇੰਡਸਟਰੀ ਦੇ ਵਿੱਚ ਐਂਟਰ ਕਰਨਾ ਡਿਫੀਕਲਟ ਹੋ ਜਾਂਦਾ ਹੈ। ਫੋਰਥ ਪੁਆਇੰਟ ਇਜ਼ ਲੀਗਲ ਰੈਸਟ੍ਰਿਕਸ਼ਨਸ ਐਂਡ ਪੇਟੈਂਟਸ। ਜਿਹੜਾ ਅਨਦਰ ਸੋਰਸ ਆਫ ਐਮਰਜੈਂਸ ਆਫ oligopoly ਉਹ ਹੈਗਾ ਲੀਗਲ ਰੈਸਟ੍ਰਿਕਸ਼ਨਸ ਐਂਡ ਪੇਟੈਂਟਸ। ਪੇਟੈਂਟਸ ਦੇ ਕਾਰਨ ਨਿਊ ਫਰਮਸ ਦੇ ਲਈ ਐਂਟਰ ਕਰਨਾ ਇੰਡਸਟਰੀ ਦੇ ਵਿੱਚ ਡਿਫੀਕਲਟ ਹੋ ਜਾਂਦਾ ਆ। And patents provide exclusive control over a particular source or product for a number of years. Next point is successful differentiation. Some firms are able to establish successfully their brands of differentiate products. when ਜਦੋਂ new firms enter ਕਰਦੀਆਂ ਆ ਤਾਂ ਉਹਨਾਂ ਨੂੰ ਹਿਊਜ ਅਮਾਊਂਟ ਸਪੈਂਡ ਕਰਨਾ ਪੈਂਦਾ ਹੈ ਫॉर ਐਡਵਰਟਾਈਜ਼ਮੈਂਟ ਦੇ ਲਈ, ਤਾਂ ਜੋ ਕਿ ਐਸਟੈਬਲਿਸ਼ ਬ੍ਰਾਂਡ ਦੇ ਨਾਲ ਕੰਪੀਟ ਕਰ ਸਕਣ। ਦੈਟ ਮੀਨਸ ਕਿ ਜਦੋਂ ਇੱਕ ਫਰਮ ਆਪਣੇ ਪ੍ਰੋਡਕਟ ਦੀ ਇੱਕ ਵੱਖਰੀ ਪਹਿਚਾਣ ਬਣਾ ਲੈਂਦੀ ਹੈ ਦੂਸਰੀ ਸਾਰੀ ਕੰਪਨੀਜ਼ ਦੇ ਅਕੋਰਡਿੰਗ, ਦੈਨ ਅਦਰ ਫਰਮਸ ਨੂੰ ਉਸਦੇ ਨਾਲ ਕੰਪੀਟ ਕਰਨ ਦੇ ਲਈ ਐਡਵਰਟਾਈਜ਼ਮੈਂਟ ਦੇ ਉੱਪਰ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ। Next point is large fixed cost. The oligopoly may result from the large fixed cost required to establish a new enterprise. ਕਿ new enterprises ਨੂੰ establish ਕਰਨ ਦੇ ਲਈ large fixed cost ਦੀ ਜ਼ਰੂਰਤ ਹੁੰਦੀ ਆ, ਐਂਡ ਇੱਕ ਬਿਜ਼ਨਸ ਨੂੰ ਆਪਰੇਟ ਕਰਨ ਦੇ ਲਈ ਇੱਕ ਫਰਮਸ ਨੂੰ ਹਿਊਜ ਕੈਪੀਟਲ ਦੀ ਜ਼ਰੂਰਤ ਹੁੰਦੀ ਹੈ, ਅਤੇ ਐਂਡ ਨਿਊ ਫਰਮਸ ਇਸ ਦੇ ਨਾਲ ਡਿਸਕਰੇਜ ਹੁੰਦੀਆਂ ਬਿਕੋਜ਼ ਉਹਨਾਂ ਦੇ ਕੋਲ ਇੰਨੇ ਜ਼ਿਆਦਾ ਕੈਪੀਟਲ ਇਨਵੈਸਟਮੈਂਟ ਨਹੀਂ ਹੋ ਪਾਉਂਦੀ। ਇਸ ਲਈ ਨਿਊ ਫਰਮਸ ਜਿਹੜੀਆਂ ਇੰਡਸਟਰੀ ਦੇ ਵਿੱਚ ਨਾ ਤਾਂ ਐਂਟਰ ਕਰਦੀਆਂ ਨਾ ਹੀ ਐਗਜ਼ਿਟ ਕਰਦੀਆਂ ਬਿਕੋਜ਼ ਆਫ ਲਾਰਜ ਫਿਕਸਡ ਕਾਸਟ। ਲਾਸਟ ਪੁਆਇੰਟ ਇਜ਼ ਮਰਜਰਸ। Many oligopolies were created by combining two or more previously independent firms ਕਿ ਦੋ ਜਾਂ ਦੋ ਤੋਂ ਜ਼ਿਆਦਾ ਇੰਡੀਪੈਂਡੈਂਟ ਫਰਮਸ ਨੂੰ ਜਦੋਂ ਕੰਬਾਈਨ ਕਰ ਦਿੱਤਾ ਜਾਂਦਾ, ਉਹਨਾਂ ਨੂੰ ਮਰਜ ਕਰ ਦਿੱਤਾ ਨਾ, ਤਾਂ ਉਸ ਦੇ ਥਰੂ ਵੀ oligopolies ਕ੍ਰੀਏਟਡ ਹੁੰਦਾ ਹੈ। The combination of two or more firms into one firm is called merger. ਉਸਦਾ ਮੋਟਿਵ ਕੀ ਹੁੰਦਾ ਹੈ ਮਰਜਰ ਦਾ? ਇਨਕਰੀਜ਼ਿੰਗ ਮਾਰਕੀਟ ਪਾਵਰ, ਇਕੋਨਮੀਜ਼ ਆਫ ਸਕੇਲ ਨੂੰ ਅਚੀਵ ਕਰਨਾ, ਮਾਰਕੀਟ ਐਕਸਟੈਂਸ਼ਨ ਐਂਡ ਇਕੋਨਮੀਜ਼ ਆਫ ਵਾਈਡ ਸਕੋਪ। Next we discuss classical model of oligopoly. There are three main classical model concerning the determination of price and output under oligopoly. First is Carnot model, ਜੋ ਕਿ ਇਸ assumption ਦੇ ਉੱਪਰ ਬੇਸਡ ਆ ਕਿ ਜਿਹੜਾ ਰਾਈਵਲ ਦਾ ਆਊਟਪੁੱਟ ਆ ਉਹ ਹਮੇਸ਼ਾ ਕੌਨਸਟੈਂਟ ਰਹਿੰਦਾ ਆ। ਸੈਕਿੰਡ ਹੈਗਾ Bertrand models based on the assumption that price of the rivals will remain constant, ਕਿ ਰਾਈਵਲ ਜਿਹੜੀ ਫਰਮ ਆ ਉਸਦੀ ਪ੍ਰਾਈਸ ਹਮੇਸ਼ਾ ਕੌਨਸਟੈਂਟ ਰਹੇਗੀ। ਥਰਡ ਇਜ਼ Edgeworth model. First we discuss Carnot model. 1838 ਫਰੈਂਚ ਇਕੋਨਮਿਸਟ ਕਾਰਨਟ ਨੇ ਇੱਕ ਮੋਡਲ ਪ੍ਰਪਾਊਂਡਡ ਕੀਤਾ ਸੀ ਫॉर ਪ੍ਰਾਈਸ ਐਂਡ ਆਊਟਪੁੱਟ ਡਿਟਰਮੀਨੇਸ਼ਨ ਦੇ ਲਈ। ਇਨ ਫੈਕਟ ਕਾਰਨਟ ਕੰਸੀਡਰਡ ਦਾ ਕੇਸ ਇਨ ਵਿਚ ਦੇਅਰ ਆਰ ਟੂ ਸੇਲਰਸ, ਦੈਟ ਇਜ਼ ਦ ਕੇਸ ਆਫ ਡਿਊਪੋਲੀ ਦੇ ਕੇਸ ਵਿੱਚ ਉਸਨੇ ਇਸਨੂੰ ਸਟੱਡੀ ਕੀਤਾ ਹੈ। ਬਟ ਹਿਜ਼ ਮੋਡਲ ਇਜ਼ ਐਪਲੀਕੇਬਲ ਟੂ oligopoly ਆਲਸੋ। ਉਸਨੇ ਜਿਹੜੀਆਂ ਅਜ਼ੰਪਸ਼ਨ ਸੀ ਦੇਅਰ ਆਰ ਟੂ ਫਰਮਸ, ਕਿ ਦੋ ਫਰਮਸ ਆ
and each firm owns a mineral well producing mineral water of the same or homogeneous quality. Cost of production zero ਆ for each firm, ਹਰ ਇੱਕ firm ਦੇ ਲਈ. Number of buyers large ਆ. Each firm is perfectly aware of the demand curve, that is straight line demand curve ਆ. And each firm act as an on the assumption that is competitor will not change its output, ਕਿ ਹਰ ਇੱਕ firm ਇਹ assume ਕਰਕੇ ਚੱਲਦੀ ਹੈ ਕਿ ਉਸਦਾ ਜਿਹੜਾ competitor ਆ ਉਹ ਆਪਣੇ output ਵਿੱਚ ਕੋਈ ਵੀ change ਨਹੀਂ ਕਰੇਗਾ. ਈਚ ਫਰਮ ਡਿਸਾਈਡਡ ਇਟਸ ਓਨ ਆਊਟਪੁੱਟ ਟੂ ਮੈਕਸੀਮਾਈਜ਼ ਇਟਸ ਪ੍ਰੋਫਿਟ, ਕਿ ਆਪਣੇ ਆਊਟਪੁੱਟ ਨੂੰ ਹਰ ਇੱਕ ਫਰਮ ਆਪ ਡਿਸਾਈਡ ਕਰਦੀਆਂ ਤਾਂ ਜੋ ਉਸਦਾ ਪ੍ਰੋਫਿਟ ਮੈਕਸੀਮਮ ਹੋ ਸਕੇ. ਦੋਨਾਂ ਵਿੱਚੋਂ ਕੋਈ ਵੀ ਫਰਮ ਆਪਣਾ ਪ੍ਰੋਡਕਟ ਦੀ ਪ੍ਰਾਈਸ ਫਿਕਸ ਨਹੀਂ ਕਰਦੀ, ਦੋਨੋਂ ਜਿਹੜੀਆਂ ਆਪਣੇ ਪ੍ਰੋਡਕਟ ਨੂੰ ਸੇਲ ਕਰਦਾ ਐਟ ਦਾ ਪ੍ਰੀਵੇਲਿੰਗ ਮਾਰਕੀਟ ਪ੍ਰਾਈਸ ਦੇ ਉੱਪਰ. ਨੈਕਸਟ ਇਜ਼ ਐਕਸਪਲੇਨੇਸ਼ਨ. ਟੂ ਫਰਮਸ ਆ, ਏ ਐਂਡ ਬੀ ਫਰਮਸ ਆ, ਦੋਨੋਂ ਜਿਹੜੀਆਂ ਫਰਮ ਆ ਉਹ ਮਿਨਰਲ ਵਾਟਰ ਸੇਲ ਕਰਦੀਆਂ ਜੋ ਕਿ ਸੇਮ ਕੁਆਲਿਟੀ ਦਾ ਆ. ਐਂਡ ਕੋਸਟ ਆਫ ਪ੍ਰੋਡਕਸ਼ਨ ਦੋਨੋਂ ਫਰਮਸ ਦੀ ਜ਼ੀਰੋ ਆ. ਦੋਨੋਂ ਫਰਮਸ ਚਾਹੁੰਦੀਆਂ ਆਪਣੇ ਪ੍ਰੋਫਿਟ ਨੂੰ ਮੈਕਸੀਮਮ ਕਰਨਾ. ਸਿੰਸ ਦਾ ਕੋਸਟ ਇਜ਼ ਜ਼ੀਰੋ ਐਂਡ ਮੈਕਸੀਮਮ ਟੋਟਲ ਰੈਵਨਿਊ ਵਿਲ ਰੈਪਰਜੈਂਟ ਮੈਕਸੀਮਮ ਪ੍ਰੋਫਿਟ. ਐਂਡ ਟੋਟਲ ਰੈਵਨਿਊ ਉਸ ਟਾਈਮ ਮੈਕਸੀਮਮ ਹੁੰਦਾ ਹੈ ਜਦੋਂ ਮਾਰਜਨਲ ਰੈਵਨਿਊ ਜ਼ੀਰੋ ਹੁੰਦੀ ਆ. Carnot model can be explained with the help of the following diagram. In figure 1, output x axis ਦੇ ਉੱਪਰ show ਕੀਤਾ ਗਿਆ and price shown on y axis. Suppose total output ਜਿਹੜਾ both firms ਦਾ ਉਹ 2000 units ਆ. DD straight line market demand curve ਆ. Suppose that firm A is the first to start production. Firm A sell ਕਰਦੀ ਹੈ monopoly output that is 1000 units. It choose this output level because ਇਹ assume ਕਰਦੀ ਹੈ ਕਿ firm B will continue to produce nothing. firm A ਜਿਹੜਾ ਆਪਣਾ output ਆ ਉਹ ਉਸਨੂੰ OP ਪ੍ਰਾਈਸ ਦੇ ਉੱਪਰ ਸੇਲ ਕਰਦੀ ਆ ਬਿਕੋਜ਼ ਐਟ ਪੁਆਇੰਟ ਈ ਦੇ ਉੱਪਰ ਉਸਦਾ ਜਿਹੜਾ ਪ੍ਰੋਫਿਟ ਆ ਉਹ ਮੈਕਸੀਮਮ ਆ. ਬਿਕੋਜ਼ ਪੁਆਇੰਟ ਈ ਦੇ ਉੱਤੇ ਮਾਰਜਨਲ ਕੋਸਟ ਮਾਰਜਨਲ ਰੈਵਨਿਊ ਦੇ ਇਕੁਅਲ ਆ ਐਂਡ ਜਿਹੜੀ ਮਾਰਜਨਲ ਰੈਵਨਿਊ ਆ ਉਹ ਜ਼ੀਰੋ ਆ. ਐਟ ਪੁਆਇੰਟ ਈ ਮਾਰਕੀਟ ਡਿਮਾਂਡ ਦੀ ਜਿਹੜੀ ਇਲਾਸਟੀਸਿਟੀ ਆਫ ਡਿਮਾਂਡ ਆ ਉਹ ਜਿਹੜੀ ਆਊਟਪੁੱਟ ਦੀ ਆ ਉਹ ਇਕੁਅਲ ਟੂ 1 ਆ. ਐਂਡ ਐਟ ਦਿਸ ਪੁਆਇੰਟ ਮਾਰਜਨਲ ਰੈਵਨਿਊ ਉਹ ਜ਼ੀਰੋ ਆ. that total revenue or total profit will be maximum ਹੁੰਦਾ ਇਸ ਟਾਈਮ 'ਤੇ. now its firm B turns to act. ਫਰਮ B ਇਹ ਅਸਿਊਮ ਕਰਦੀ ਹੈ ਕਿ ਜਿਹੜੀ ਫਰਮ A ਉਹ ਆਪਣੇ ਆਊਟਪੁੱਟ ਦੈਟ ਇਜ਼ 1000 ਯੂਨਿਟਸ ਨੂੰ ਕੌਨਸਟੈਂਟ ਰਹੇਗੀ, ਉਸ ਵਿੱਚ ਕੋਈ ਚੇਂਜ ਨਹੀਂ ਕਰੇਗੀ. ਇਸ ਲਈ ਫਰਮ B ਕੀ ਕਰਦੀ ਹੈ, ਉਹ ਪ੍ਰੋਡਿਊਸ ਕਰਦੀ ਆ ਹਾਫ ਕੁਆਂਟਿਟੀ ਆਫ ਦਾ ਰਿਮੇਨਿੰਗ ਟੋਟਲ ਮਾਰਕੀਟ ਡਿਮਾਂਡ ਦੈਟ ਇਜ਼ 500 ਯੂਨਿਟਸ ਐਜ਼ ਸ਼ੋਨ ਬਾਈ FD ਇਨ ਫਿਗਰ. ਐਟ ਪ੍ਰਾਈਸ P1 ਫਰਮ ਜਿਹੜੀ B ਆ ਉਹ P1 ਪ੍ਰਾਈਸ ਚਾਰਜ ਕਰਦੀ ਆ ਕਿਉਂਕਿ ਇਸ ਪ੍ਰਾਈਸ ਦੇ ਉੱਪਰ ਉਸਨੂੰ ਮੈਕਸੀਮਮ ਪ੍ਰੋਫਿਟ ਹੁੰਦਾ ਆ. ਬਿਕੋਜ਼ ਐਟ ਦਿਸ ਅਮਾਊਂਟ ਆਫ ਆਊਟਪੁੱਟ ਐਜ਼ ਸ਼ੋਨ ਬਾਈ ਪੁਆਇੰਟ F ਮਾਰਜਨਲ ਕੋਸਟ ਐਂਡ ਮਾਰਜਨਲ ਰੈਵਨਿਊ ਦੇ ਇਕੁਅਲ ਆ ਅਤੇ ਮਾਰਜਨਲ ਰੈਵਨਿਊ ਕਿੰਨੇ ਮਿਲ ਰਹੀ ਹੈ ਦੈਟ ਇਜ਼ ਜ਼ੀਰੋ. ਦੈਟ ਮੀਨਸ ਉਸਨੂੰ ਪ੍ਰੋਫਿਟ ਕਿੰਨਾ ਹੋ ਰਿਹਾ, ਮੈਕਸੀਮਮ ਹੋ ਰਿਹਾ ਹੈ. This process goes on indefinitely, each firm taking the other firm's output as given and choosing the output that maximum his own profit. Next is criticism. ਜਿਹੜੀ ਇਸ ਮੋਡਲ ਦੇ ਵਿੱਚ ਇਹ ਅਜ਼ੰਪਸ਼ਨ ਕੀਤੀ ਜਾਂਦੀ ਆ ਕਿ ਜਿਹੜਾ ਇੱਕ ਰਾਈਵਲ ਜਿਹੜਾ ਆਪਣਾ ਉਹ ਆਪਣੇ ਆਊਟਪੁੱਟ ਨੂੰ ਕੌਨਸਟੈਂਟ ਰੱਖਦਾ ਆ, ਉਹ ਕੀ ਆ, ਉਹ ਸਹੀ ਨਹੀਂ ਹੈਗੀ ਆ. ਉਹ ਜਿਹੜੀ ਅਜ਼ੰਪਸ਼ਨ ਆ ਉਹ ਰੋਂਗ ਅਜ਼ੰਪਸ਼ਨ ਆ. ਬਿਕਾਜ਼ ਜਦੋਂ ਆਊਟਪੁੱਟ ਬਹੁਤ ਜ਼ਿਆਦਾ ਐਕਸੀਡਸ ਹੋ ਜਾਂਦਾ ਹੈ ਉਸ ਕਾਰਨ ਜਿਹੜੇ ਆ ਪ੍ਰਾਈਸਿਸ ਆ ਉਹ ਡਾਊਨ ਘੱਟ ਜਾਂਦੀਆਂ ਆ, ਜਿਸ ਕਾਰਨ ਰਾਈਵਲਸ ਆਪਣੇ ਆਊਟਪੁੱਟ ਨੂੰ ਕੌਨਸਟੈਂਟ ਨਹੀਂ ਰੱਖਦਾ. This model is based on the unrealistic assumption of zero cost of production, कि cost of production zero नहीं हुंदी. And the model fails to inform the length of adjustment period. And last is it is closed model where new firms are not allowed, कि इसके विच new firms enter नहीं कर सकते, closed model है. Next model is Bertrand's model. The French mathematicians Joseph Bertrand ਨੇ 1883 ਦੇ ਵਿੱਚ ਥਿਊਰੀ ਡਿਵੈਲਪ ਕੀਤੀ ਸੀ. ਉਸਨੇ ਕਾਰਨੋਟ ਮਾਡਲ ਦੀ ਜਿਹੜੀ ਅਜ਼ੰਪਸ਼ਨ ਬੇਸਿਕ ਅਜ਼ੰਪਸ਼ਨ ਸੀ ਕਿ ਜਿਹੜਾ ਉਸਦਾ ਰਾਈਵਲ ਆਪਣਾ ਰਾਈਵਲ ਆਊਟਪੁੱਟ ਕੌਨਸਟੈਂਟ ਰੱਖਦਾ ਆ, ਉਸਨੂੰ ਕ੍ਰਿਟੀਸਾਈਜ਼ ਕੀਤਾ ਸੀ. On the other hand, Bertrand's model is based on the assumption that rival will remain a constant price, ਕਿ ਜਿਹੜਾ ਰਾਈਵਲ ਉਹ ਆਪਣੀ ਪ੍ਰਾਈਸ ਨੂੰ ਕੌਨਸਟੈਂਟ ਰੱਖਦਾ, ਉਸ ਦੇ ਵਿੱਚ ਕੋਈ ਚੇਂਜ ਨਹੀਂ ਕਰਦਾ. According to Bertrand's, each firm is faced by the same market demand curve.
It aims at the maximizing of its own profit on the assumption that the price of the competitor will remain constant। ਕਿ ਹਰ ਇੱਕ ਫਰਮਸ ਜਿਹੜੀ ਆ ਉਹ ਸੇਮ ਮਾਰਕੀਟ ਡਿਮਾਂਡ ਨੂੰ ਫੇਸ ਕਰਦੀ ਆ ਅਤੇ ਹਰ ਇੱਕ ਫਰਮਸ ਦਾ ਮੇਨ ਏਮ ਕੀ ਹੁੰਦਾ ਆ ਆਪਣੇ ਪ੍ਰੋਫਿਟ ਨੂੰ ਮੈਕਸੀਮਾਈਜੇਸ਼ਨ ਕਰਨਾ। ਐਂਡ ਉਹ ਇਸ ਅਜ਼ੰਪਸ਼ਨ 'ਤੇ ਬੇਸਡ ਹੈ ਕਿ ਉਸਦਾ ਜਿਹੜਾ ਆਪਣਾ ਕੰਪੀਟੀਟਰ ਫਰਮ ਆ ਉਹ ਆਪਣੇ ਪ੍ਰਾਈਸ ਨੂੰ ਕੌਂਸਟੈਂਟ ਰੱਖਦੀ ਆ, ਕੋਈ ਚੇਂਜ ਨਹੀਂ ਕਰਦੀ। ਐਂਡ ਇਸ ਦੀਆਂ ਅਜ਼ੰਪਸ਼ਨਸ ਕੀ ਆ, ਦੇਰ ਆਰ ਟੂ ਕੰਪੀਟੇਟਿਵ ਫਰਮਸ। ਈਚ ਫਰਮ ਇਜ਼ ਪਰਫੈਕਟਲੀ ਅਵੇਅਰ ਆਫ ਦੀ ਡਿਮਾਂਡ ਕਰਵ। ਹਰ ਇੱਕ ਫਰਮ ਚਾਹੁੰਦੀ ਹੈ ਮੈਕਸੀਮਮ ਪ੍ਰੋਫਿਟ ਹੋਵੇ। ਐਂਡ ਈਚ ਫਰਮ ਐਕਟ ਔਨ ਦਾ ਅਜ਼ੰਪਸ਼ਨ ਦੈਟ ਇਟਸ ਕੰਪੀਟੇਟਰ ਵਿਲ ਨੋਟ ਚੇਂਜ ਇਟਸ ਪ੍ਰਾਈਸ। ਕਿ ਹਰ ਇੱਕ ਫਰਮ ਇਹ ਅਜ਼ਿਊਮ ਕਰਦੀ ਆ ਕਿ ਅਗਰ ਮੈਂ ਕੋਈ ਚੇਂਜ ਕਰਦੀ ਹਾਂ ਆਪਣੇ ਪ੍ਰੋਡਕਸ਼ਨ ਦੇ ਵਿੱਚ, ਮੇਰੀ ਨਾਲ ਵਾਲੀ ਫਰਮ ਜਿਹੜੀ ਰਾਈਵਲ ਫਰਮ ਆ ਉਹ ਆਪਣੀ ਪ੍ਰਾਈਸ ਦੇ ਵਿੱਚ ਕੋਈ ਚੇਂਜ ਨਹੀਂ ਕਰੇਗੀ। ਨੈਕਸਟ ਵੀ ਡਿਸਕਸ ਐਕਸਪਲੇਨੇਸ਼ਨ। Bertrand's model can be explained with the help of reaction curve of both the firm A and B। ਫਿਗਰ 2 ਦੇ ਵਿੱਚ ਪ੍ਰਾਈਸ ਨੂੰ ਸ਼ੋ ਕੀਤਾ ਗਿਆ ਵਾਈ ਐਕਸਿਸ 'ਤੇ, ਆਊਟਪੁੱਟ ਆਫ ਫਰਮ ਇਜ਼ ਸ਼ੋ ਔਨ ਐਕਸ ਐਕਸਿਸ ਐਂਡ ਆਊਟਪੁੱਟ ਆਫ ਬੀ ਫਰਮਸ ਇਜ਼ ਸ਼ੋਨ ਔਨ x1 ਐਕਸਿਸ 'ਤੇ। ਵਾਈ ਕਿਊ ਏ ਇਹ ਕੀ ਹੈ, ਡਿਮਾਂਡ ਕਰਵ ਆਫ ਫਰਮ ਏ। ਵਾਈ ਕਿਊ ਬੀ ਇਜ਼ ਡਿਮਾਂਡ ਕਰਵ ਆਫ ਫਰਮ ਬੀ। ਦ ਮੈਕਸੀਮਮ ਆਊਟਪੁੱਟ ਦੈਟ ਫਰਮ, ਇੱਕ ਫਰਮ ਜਿਹੜੀ ਏ ਆ ਉਸਦਾ ਜਿਹੜਾ ਮੈਕਸੀਮਮ ਆਊਟਪੁੱਟ ਜਿਹੜਾ ਸੇਲ ਕਰਦੀ ਆ ਉਹ ਕੀ ਕਰਦੀ ਆ, ਓ ਕਿਊ ਏ। ਐਂਡ ਮੈਕਸੀਮਮ ਆਊਟਪੁੱਟ ਦੈਟ ਫਰਮ ਬੀ ਕੈਨ ਸੈਲ ਇਜ਼ ਓ ਕਿਊ ਬੀ। ਸਪੋਜ਼ ਫਰਮ ਜਿਹੜੀ ਉਹ ਫਸਟ ਐਕਟ ਕਰਦੀ ਆ ਐਂਡ ਫਰਮ ਏ ਪ੍ਰਾਈਸ ਚੂਜ਼ ਕਰਦੀ ਆ ਜਿਸ 'ਤੇ ਉਹ ਬਿਲੀਵ ਕਰਦੀ ਕਿ ਉਸ ਨਾਲ ਉਸਨੂੰ ਮੈਕਸੀਮਮ ਪ੍ਰੋਫਿਟ ਹੁੰਦਾ ਹੋਏਗਾ। ਸਪੋਜ਼ ਕਿ ਪ੍ਰੋਫਿਟ ਮੈਕਸੀਮਾਈਜ਼ਿੰਗ ਜਿਹੜੀ ਪ੍ਰਾਈਸ ਫਰਮ ਏ ਚੂਜ਼ ਕਰਦੀ ਆ ਉਹ ਕੀ ਹੈਗੀ ਆ, ਦੈਟ ਇਜ਼ ਓ ਪੀ। ਓ ਪੀ ਪ੍ਰਾਈਸ ਦੇ ਉੱਪਰ ਜਿਹੜੀ ਇਹ ਫਰਮ ਆ ਉਹ ਸੇਲ ਕਰਦੀ ਆ ਓ ਐਨ ਕੁਆਂਟਿਟੀ ਆਫ ਆਊਟਪੁੱਟ। ਓ ਪੀ ਪ੍ਰਾਈਸ ਉੱਤੇ ਓ ਐਨ ਕੁਆਂਟਿਟੀ ਆਫ ਆਊਟਪੁੱਟ। ਨਾਓ ਫਰਮ ਬੀ ਐਂਟਰ ਦਾ ਮਾਰਕੀਟ। ਉਹ ਕੀ ਕਰਦੀ ਆ, ਉਹ ਆਪਣੀ ਘੱਟ ਪ੍ਰਾਈਸ ਸੈੱਟ ਕਰ ਲੈਂਦੀ ਹੈ। ਏ ਜਿੰਨੀ ਫਰਮ ਜਿੰਨਾ ਪ੍ਰਾਈਸ ਲੈਂਦੀ ਉਸ ਤੋਂ ਘੱਟ ਪ੍ਰਾਈਸ ਸੈੱਟ ਕਰਦਾ, ਦੈਟ ਇਜ਼ OP1। ਇਹ ਫਰਮ ਬੀ ਪ੍ਰਾਈਸ ਚਾਰਜ ਕਰਦੀ OP1 ਔਨ ਦਾ ਅਜ਼ੰਪਸ਼ਨ ਦੈਟ, ਉਹ ਇਸ ਅਜ਼ੰਪਸ਼ਨ 'ਤੇ OP1 ਪ੍ਰਾਈਸ ਸੈੱਟ ਕਰਦੀ ਹੈ ਕਿ ਜਿਹੜੀ ਇਹ ਫਰਮ ਆ ਉਹ ਆਪਣੀ ਪ੍ਰਾਈਸ ਵਿੱਚ ਕੋਈ ਚੇਂਜ ਨਹੀਂ ਕਰੇਗੀ, ਉਹ OP1 ਹੀ ਰੱਖੇਗੀ। ਐਟ ਦਾ ਲੋਅਰ ਪ੍ਰਾਈਸ ਫਰਮ OB ਉਹ ਕੀ ਕਰ ਸਕਦੀ ਆ, ਕਿਉਂਕਿ ਫਰਮ ਬੀ ਘੱਟ ਪ੍ਰਾਈਸ ਚਾਰਜ ਕਰ ਰਹੀ ਹੈ ਫਰਮ ਏ ਦੇ ਨਾਲੋਂ, ਇਸ ਲਈ ਉਹ ਕੀ ਕਰ ਸਕਦੀ ਹੈ, ਜ਼ਿਆਦਾ ਕਸਟਮਰਸ ਨੂੰ ਅਟਰੈਕਟ ਕਰ ਸਕਦੀ ਹੈ ਇਹ ਫਰਮਸ ਦੇ ਕਸਟਮਰਸ ਨੂੰ ਵੀ। ਐਟ OP1 ਪ੍ਰਾਈਸ ਜਿਹੜੀ ਫਰਮ ਆਊਟਪੁੱਟ ਕਿੰਨਾ ਸੇਲ ਕਰਦੀ ਹੈ, ਦੈਟ ਇਜ਼ OM ਯੂਨਿਟਸ। ਵੈਨ ਫਰਮਸ ਇਹ ਦੇਖਦੀ ਹੈ ਕਿ ਉਸਦੇ ਜਿਹੜੇ ਕੁਝ ਕਸਟਮਰਸ ਫਰਮਸ ਬੀ ਦੇ ਵੱਲ ਅਟਰੈਕਟ ਹੋ ਰਹੇ ਆ ਅਤੇ ਫਰਮ ਏ ਕੀ ਰਿਐਕਟ ਕਰਦੀ ਹੈ ਇਸ ਦੇ ਅਕੋਰਡਿੰਗ, ਫਰਮ ਜਿਹੜੀ ਏ ਉਹ ਆਪਣੀ ਪ੍ਰਾਈਸ ਹੋਰ ਘੱਟ ਸੈੱਟ ਕਰ ਜਾਂਦੀ ਹੈ ਫਰਮ ਬੀ ਦੇ ਨਾਲੋਂ, ਦੈਟ ਇਜ਼ OP2। ਫਰਮ ਏ ਪ੍ਰਾਈਸ ਕੀ ਕਰ ਦਿੰਦੀ ਆ, OP2 ਐਂਡ ਉਹ ਇਸ ਅਜ਼ੰਪਸ਼ਨ 'ਤੇ ਕਰਦੀ ਹੈ ਕਿ ਜਿਹੜੀ ਫਰਮ ਬੀ ਆ ਹੁਣ ਉਹ ਆਪਣੀ ਪ੍ਰਾਈਸ ਨੂੰ ਕੌਂਸਟੈਂਟ ਰੱਖੇਗੀ OP1 'ਤੇ ਅਤੇ ਫਰਮ ਏ OP2 ਪ੍ਰਾਈਸ ਦੇ ਉੱਪਰ ON1 ਯੂਨਿਟਸ ਨੂੰ ਸੇਲ ਕਰਦੀ ਆ। ਔਨ ਦਾ ਅਦਰ ਹੈਂਡ ਫਰਮ ਵਿਲ ਰਿਐਕਟ ਕਰਦੀ ਆ, ਉਹ ਆਪਣੀ ਹੋਰ ਪ੍ਰਾਈਸ ਨੂੰ ਘੱਟ ਕਰ ਦਿੰਦੀ ਆ, ਦੈਟ ਇਜ਼ P3 ਘੱਟ ਕਰ ਦਿੰਦੀ ਆ ਫਰਮ ਬੀ। ਐਟ ਦਿਸ ਰਿਡਿਊਸ ਪ੍ਰਾਈਸ ਫਰਮ ਬੀ ਵਿਲ ਬੀ ਏਬਲ ਟੂ ਸੈਲ OM1 ਯੂਨਿਟਸ ਆਫ ਆਊਟਪੁੱਟ। ਐਂਡ ਇਹ ਕੰਪੀਟੀਸ਼ਨ ਟਿਲ ਕੰਟੀਨਿਊ ਉਦੋਂ ਤੱਕ ਚੱਲਦਾ ਰਹਿੰਦਾ ਆ ਜਦੋਂ ਤੱਕ ਦੋਨੋਂ ਫਰਮਸ ਆਪਣੇ ਐਂਟਾਇਰ ਆਊਟਪੁੱਟ ਦੈਟ ਇਜ਼ OQA ਐਂਡ OQ1 ਐਟ 0 ਪ੍ਰਾਈਸ 'ਤੇ ਸੇਲ ਨਹੀਂ ਕਰ ਦਿੰਦੀਆਂ। This cutthroat competition will continue till both are able to sell their entire output OQA and OQB at 0 price. However, if both the firms enter into an agreement, they will be able to share the market jointly and reap the benefit of charging higher price. अगर in case दोनों firms एक दूसरे नाल compete करन दी जगह एक दूसरे नाल agreement कर लैंदियां then की कर सकदियां कि market share एक दूसरे नाल share कर लैंदियां then की कर सकदी higher price charge कर सकदियां दोनों firms. Next model is